इंसाफ मिला जो मैं टैंकी ते चढ़ गई उदों SHO साहब थल्ले आ गए कहंदे बयान दे ते मैं FIR करना पहला क्यों नहीं की उन्होंने FIR दर्ज 20 साल ਤੋਂ ਇੱਥੇ ਬੈਠੇ ਆ ਦੁਕਾਨਾਂ ਆਪ ਬਣਾਈਆਂ ਨੇ ਆਪਣੇ ਪੈਸਿਆਂ ਤੋਂ ਉਸ ਤੋਂ ਇਲਾਵਾ ਅਸੀਂ ਗੁਰਦੁਆਰਾ ਸਾਹਿਬ ਨੂੰ ਸਿਕਿਉਰਿਟੀ ਵੀ ਦਿੱਤੀ ਹੋਈ ਹੈ जी तुसी ना कागज़ बनवा दो स्टाम्प बनवा दो 11 महीने के तो एक आधार कार्ड कापी दे दो एक फोटो दे दो भी आप थाने देने है मैं कहा तुसी आप ही दे आयो नहीं तो ये चीज़ां भी मैनू जिहड़ी चीज़ बन जाएगी ये कहते ठीक है जी वो इन्होंने थोड़े के दिन पे इन्होंने चुक के स्टे ले लिया स्टे के कागज़ कहते आ लो स्टे ਜੋਗਿੰਦਰ ਸਿੰਘ ਨਿਹੰਗ ਦਾ ਲੜਕਾ ਕੁਲਦੀਪ ਸਿੰਘ ਕਾਲਾ ਗੁੰਡਾਗਰਦੀ ਦੇ ਉੱਤਰ ਆਇਆ ਇਹ ਸਾਡਾ ਸਮਾਨ ਚੱਕ ਕੇ ਬਾਹਰ ਸੁੱਟਣ ਲੱਗਾ उनको वीडियो दिखा दे नहीं तो ऐसी दिखाने वीडियो दिखा दे नहीं तो मैं दिखाना इन्होंने वीडियो इन्होंने आप तोड़े आप कढ़े वो भी दुकान दे विच मैं दस दिंदा किहड़ी दुकान 'च रखे इन्होंने साडी मंग ये आ भी जिहड़े साडे दुकानदार हैगे सानू इन्हां तो बहुत खतरा हो चुकिया हैगा ਅਸੀਂ ਕਿਉਂ ਕੁੜੀ ਨੂੰ ਕੁਝ ਕਵਾਂਗੇ ਉਹ ਸਾਡੀ ਧੀਆਂ ਵਰਗੀ ਹੈ ਸਾਡੇ ਬੱਚਿਆਂ ਵਰਗੀ ਹੈ 20 ਸਾਲ ਤੋਂ ਅਸੀਂ ਕੁਝ ਨਹੀਂ ਕਿਹਾ ਸੀ ਉਹਨੂੰ ਹੁਣ ਕੁਝ ਕਵਾਂਗੇ ਜੇ ਸਾਡੇ ਤੇ ਪਰਚੇ ਹੋਏ ਆ ਇੱਕ ਜਾਨ ਕਿਸੇ ਦੀ ਬਚਾਈ ਹੋਵੇ ਤੇ ਉਸੇ ਬੰਦਿਆਂ ਤੇ ਪਰਚਾ ਪੈ ਜਾਵੇ ਤੇ ਕਿੱਡੀ ਮਾੜੀ ਗੱਲ ਆ ਜਦੋਂ ਸਾਨੂੰ ਤੰਗ ਪਰੇਸ਼ਾਨ ਕਰਨ ਲੱਗ ਗਿਆ ਇਹ ਅਸੀਂ ਕੋਰਟ ਚੋਂ ਸਟੇ ਲੈ ਲਿਆ ਜਦੋਂ ਕੋਰਟ ਚੋਂ ਸਟੇ ਮਿਲ ਗਿਆ ਇਹ ਜਾਣ ਕੇ ਹੁਣ ਕੋਈ ਨਾ ਕੋਈ ਗੁਰਦੁਆਰੇ ਦੇ ਨਾਂ ਤੇ ਬਹਾਨੇ ਬਣਾ ਕੇ ਸਾਨੂੰ ਪਰੇਸ਼ਾਨ ਕਰਦਾ ਪਿਆ ਕੁੜੀ ਨੂੰ ਅੱਗੇ ਕਰਕੇ ਖਾਸ ਕਰਕੇ साढ़े 2 महीने हो गए घूमदे इन्हां दे मगर सरकार दे मगर उन्हें पैसे खा ले मैनूं लगदा अफसर ने किसी ने कोई साडी सुनदा ही नहींगा और मामला ये है भी असल मामला ये है भी उस बंदे नूं चाहीदा किराया 10,000 रुपये महीना वो असीं दे नहीं सकते लुधियाना लाइव देखने वाले तमाम दर्शकों का स्वागत है। मैं विशाल कपूर। सारे ਨੂੰ याद होना वा एक लड़की ਜਿਹੜੀ है टैंकी ਤੇ ਸ਼ੇਰਪੁਰ ਚੜ ਗਈ ਸੀਗੀ ਉਹ ਟੈਂਕੀ ਤੇ ਕਿਉਂ ਚੜੀ ਸੀਗੀ ਉਹ ਵੀ ਤੁਹਾਨੂੰ ਦੱਸਾਂਗੇ ਪੂਰਾ ਮਾਮਲਾ ਤੇ ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਸਾਹਿਬ ਦੀ ਜਿਹੜੀ ਜਗ੍ਹਾ ਦਾ ਦੁਕਾਨਾਂ ਦਾ ਰੋਲਾ ਪਿਆ ਸੀਗਾ ਉਸ ਦੁਕਾਨਦਾਰਾਂ ਨੇ ਆਪਣੇ ਪੱਖ ਵੀ ਰੱਖਿਆ ਸੀ ਉਹ ਵੀ ਤੁਸੀਂ ਸੁਣਿਆ ਸੀਗਾ ਲੇਕਿਨ ਉਹ ਲੜਕੀ ਜਿਹੜੀ ਹੈ ਟੈਂਕੀ ਤੋਂ ਉਤਰ ਚੁੱਕੀ ਤੇ ਸਾਡੇ ਨਾਲ ਮੌਜੂਦ ਵੀ ਹੈ ਗੱਲਬਾਤ ਵੀ ਕਰਦੇ ਆ। ਬੱਚੇ ਟੈਂਕੀ ਤੇ ਕਿਉਂ ਚੜੇ ਸੀਗੇ ਤੁਸੀਂ? ਮੈਨੂੰ ਪ੍ਰਸ਼ਾਸਨ ਨੇ ਜਿਹੜਾ ਇਨਸਾਫ ਨਹੀਂ ਦਿੱਤਾ ਸੀ ਉਸ ਕਰਕੇ ਮੈਂ ਟੈਂਕੀ ਤੇ ਚੜੀ ਸੀਗੀ ਅੱਕ ਕੇ। ਕੀ ਇਨਸਾਫ ਕੀ ਨਹੀਂ ਦਿੱਤਾ ਸੀਗਾ? ਐਕਚੁਅਲ 'ਚ ਜਿਹੜੇ ਸਾਡੇ ਕੁਝ ਦੁਕਾਨਦਾਰ ਜਿਹੜੇ ਕਿਰਾਏਦਾਰ ਨੇ ਉਹਨਾਂ ਨੇ ਜੋ ਵੀ ਹੈਗੇ ਆ ਮੁੰਡੇ ਬੁਲਾਏ ਜਿਹੜੇ ਬਾਹਰੋਂ ਤੇ ਉਹਨਾਂ ਨੇ ਮੇਰੇ ਨਾਲ ਧੱਕਾ ਮੁੱਕੀ ਕੀਤੀ ਤੇ ਮੈਂ ਉਹਨਾਂ ਨੂੰ ਇਹ ਦਰਖਾਸਤ ਦਿੱਤੀ ਜਾ ਕੇ 1 ਵਜੇ ਰਾਤ ਨੂੰ ਮੈਂ ਥਾਣੇ ਵਿੱਚ ਦਰਖਾਸਤ ਕਰਾ ਕੇ ਮੋਤੀ ਨਗਰ ਥਾਣਾ ਫਿਰ ਉਸ ਤੋਂ ਬਾਅਦ ਥਾਣੇ ਦਰਖਾਸਤ ਕਰਾਈ ਫਿਰ ਉਸ ਤੋਂ ਬਾਅਦ ਉੱਥੇ ਵੀ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਬੁਲਾਇਆ ਫਿਰ ਬਾਅਦ ਵਿੱਚ ਭੇਜਤਾ ਫਿਰ ਮੈਂ SHO ਮਤਲਬ ਕਮਿਸ਼ਨਰ ਸਾਹਿਬ ਦੇ ਗਈ ਉੱਥੇ ਮੈਂ ਬਾਈ ਪੋਸਟ ਫਿਰ ਆਪ ਖੁਦ ਦੇ ਕੇ ਆਈ ਫਿਰ ਉਸ ਤੋਂ ਬਾਅਦ ਉਹ ਨੀਚੇ ਆ ਗਈ ਸੀ ਦਰਖਾਸਤ ਇਹਨਾਂ ਨੇ ਫਿਰ ਵੀ SHO ਨੇ ਕੋਈ ਕਾਰਵਾਈ ਨਹੀਂ ਕੀਤੀ। ਲੇਕਿਨ ਬੱਚੇ ਗੱਲ ਹੈ ਤੇ ਟੈਂਕੀ ਤੇ ਚੜਨ ਦਾ ਕੀ ਰੀਜ਼ਨ ਕੀ ਸੀਗਾ? ਸੁਣਵਾਈ ਨਹੀਂ ਹੋਈ ਇਸ ਕਰਕੇ? ਹਾਂਜੀ ਜੋ ਆਰੋਪ ਲਗਾ ਰਹੇ ਸੀਗੇ ਦੁਕਾਨਦਾਰ ਕਿ ਕਿਰਾਇਆ ਜੋ ਸਾਡੇ ਦਾਦਾ ਜੀ ਸੀਗੇ ਉਹਨਾਂ ਨੇ ਜੋ ਕਿਰਾਇਆ ਜਿਹੜਾ ਹੈਗਾ ਵਾ ਉਹਨਾਂ ਨੇ 2100 ਰੁਪਏ ਰੱਖਿਆ ਸੀ ਕਿਰਾਇਆ ਵਧਾਉਣ ਦੀ ਗੱਲ ਕਰਦੇ ਨੇ ਆਖਿਰ ਉਹਦੇ 'ਚ ਕਿੰਨੀ ਸੱਚਾਈ ਹੈ? ਉਹਨਾਂ ਦੀ ਕਿਰਾਇਆ ਤਾਂ ਵਧਾਉਣ ਦੀ ਤਾਂ ਕੋਈ ਗੱਲ ਨਹੀਂ ਹੋਈ ਸੀ ਸਿਰਫ ਉਹਨਾਂ ਨੂੰ ਇਹੀ ਗੱਲ ਕਹੀ ਗਈ ਸੀਗੀ ਕਿ ਮੇਰੇ ਦਾਦਾ ਜੀ ਐਕਸਪਾਇਰ ਹੋ ਗਏ ਨੇ ਹੁਣ ਮੇਰੇ ਪਾਪਾ ਜੀ ਆ ਵੀ ਉਹਨਾਂ ਦੇ ਨਾਂ ਤੇ ਕਾਗਜ਼ ਨਵੇਂ ਬਣਾਏ ਜਾਣ ਨਵੇਂ ਕਾਗਜ਼ ਬਣਾਏ ਜਾਣ ਤੇ 100 ਰੁਪਿਆ ਸਾਲ ਬਾਅਦ ਵਧਾਇਆ ਜਾਵੇ ਹੋਰ ਕੋਈ ਗੱਲ ਨਹੀਂ ਕਹੀ ਸੀ ਇਹਨਾਂ ਨੂੰ। 10,000 ਰੁਪਏ ਕਹਿੰਦੇ ਵਧਾਏ ਜਾਣ ਉਹ ਤਾਂ ਇਹਨਾਂ ਦਾ ਬਿਲਕੁਲ ਝੂਠ ਹੈ। ਬਿਲਕੁਲ ਝੂਠੇ ਇਲਜ਼ਾਮ ਲਗਾ ਰਹੇ ਨੇ। ਹਾਂਜੀ ਬਿਲਕੁਲ ਝੂਠਾ ਇਲਜ਼ਾਮ ਲਗਾ ਰਹੇ ਇਹ ਸਗੋਂ ਆਪਣਾ ਬਚਾਅ ਕਰ ਰਹੇ ਨੇ। ਲੇਕਿਨ ਬੱਚੇ ਮੈਂ ਇੱਕ ਗੱਲ ਤੈਨੂੰ ਕਹਿਣਾ ਚਾਹੁੰਦਾ ਵਾਂ ਤੁਸੀਂ ਮੇਰੀ ਭੈਣਾਂ ਵਰਗੀ ਆ ਹਾਂਜੀ ਟੈਂਕੀ ਤੇ ਚੜਨਾ ਕਿਤੇ ਨਾ ਕਿਤੇ ਸਹੀ ਨਹੀਂ ਹੈਗਾ ਪਤਾ ਕਿਉਂ ਸਾਡੇ ਲਈ ਕਾਨੂੰਨ ਬੈਠਾ ਕਾਨੂੰਨ ਨੇ ਸੁਣਵਾਈ ਨਹੀਂ ਕੀਤੀ ਤੁਹਾਡੀ ਤਾਂ ਤੁਸੀਂ ਬੇਬਸ ਹੋ ਕੇ ਟੈਂਕੀ ਤੇ ਚੜੇ ਹੋ ਲੇਕਿਨ ਫਾਦਰ ਵੀ ਤੁਹਾਡੇ ਮੇਰੇ ਬਹੁਤ ਕਰੀਬੀ ਨੇ ਲੇਕਿਨ ਆਵਾਜ਼ ਚੱਕ ਸਕਦੇ ਸੀ ਮੀਡੀਆ ਰਾਹੀਂ ਪਹਿਲੇ ਆਵਾਜ਼ ਚੱਕਦੇ ਬੁਲੰਦ ਕਰਦੇ ਆਵਾਜ਼ ਇਹ ਧੱਕਾ ਹੋ ਰਿਹਾ ਉਸ ਧੱਕੇ ਨੂੰ ਪਹਿਲੇ ਤੁਹਾਨੂੰ ਲੈ ਕੇ ਆਉਣਾ ਚਾਹੀਦਾ ਸੀਗਾ। ਐਕਚੁਅਲ 'ਚ ਮੀਡੀਆ ਵਾਲੇ ਜਿਹੜੇ ਸੀਗੇ ਮੈਂ ਇੱਕ ਬ੍ਰੇਕਿੰਗ ਨਿਊਜ਼ ਆ ਉਹਨਾਂ ਨੇ ਵੀ ਪਾਈ ਹੋਈ ਆ ਤੇ ਹੋਰ ਵੀ ਪਾਈ ਆ 2-3 ਮਿਨੀ ਮੀਡੀਆ ਨੇ ਪਰ ਕੋਈ ਸੁਣਵਾਈ ਹੋਈ ਨਹੀਂ ਫਿਰ ਇਸ ਕਰਕੇ ਮੈਨੂੰ ਚੜਨਾ ਪਿਆ। ਲੇਕਿਨ ਤੁਹਾਨੂੰ ਲੱਗਦਾ ਕਿ ਤੁਸੀਂ ਟੈਂਕੀ ਤੇ ਚੜੇ ਹੋ ਉਸ ਤੋਂ ਬਾਅਦ ਇਨਸਾਫ ਮਿਲਿਆ? ਬਿਲਕੁਲ ਇਨਸਾਫ ਮਿਲਿਆ ਜਦੋਂ ਮੈਂ ਟੈਂਕੀ ਤੇ ਚੜ ਗਈ ਉਦੋਂ SHO ਸਾਹਿਬ ਥੱਲੇ ਆ ਕੇ ਕਹਿੰਦੇ ਬਿਆਨ ਦੇ ਤੇ ਮੈਂ FIR ਕਰਨਾ ਪਹਿਲਾਂ ਕਿਉਂ ਨਹੀਂ ਕੀਤੀ ਉਹਨਾਂ ਨੇ FIR ਦਰਜ ਹਫ਼ਤੇ ਹੋ ਗਈ ਹੋਈ ਹੈ FIR ਹਾਂਜੀ ਤੇ ਉਹ ਕਾਪੀ ਮਿਲੀ ਤੁਹਾਨੂੰ? ਹਾਂਜੀ ਬਿਲਕੁਲ ਮੈਂ ਕਾਪੀ ਲੈ ਕੇ ਨੀਚੇ ਉਤਰੀ ਉੱਦਾਂ ਉਤਰੀ ਨਹੀਂ ਕਿਉਂਕਿ ਬਾਈ ਜੀ ਤੁਹਾਡੀ ਗੁੜੀਆ ਵੈ ਟੈਂਕੀ ਤੇ ਚੜ ਗਈ ਸੀਗੀ ਲੇਕਿਨ ਮੇਨ ਵਿਚਲੀ ਗੱਲ ਕੀ ਹੈ ਕਿਰਾਇਆ ਵਧਾਉਣ ਨੂੰ ਲੈ ਕੇ ਸਾਰਾ ਵਿਵਾਦ ਹੋਇਆ? ਸਰ ਜੀ ਕਿਰਾਇਆ ਚਲੋ ਆਪਾਂ ਮੰਨਦੇ ਆ ਇਹ ਗੁਰੂ ਘਰ ਦੀਆਂ ਦੁਕਾਨਾਂ ਨੇ ਅਸੀਂ ਗੁਰੂ ਘਰ ਦੇ ਜਿੰਨਾ ਵੀ ਆ ਮੈਂ ਜਿੰਨਾ ਵੀ ਕਿਰਾਇਆ ਆਉਂਦਾ ਜੋ ਵੀ ਆਪਾਂ ਗੁਰੂ ਘਰ ਦੇ ਵਿੱਚ ਆਉਣੇ ਹੁਣ ਬਾਹਰ ਦੇਖੋ ਘੋੜੇ ਖੜੇ ਹੋਏ ਆ ਇਹਨਾਂ ਦਾ ਖਰਚਾ ਸਰ ਜੀ ਬਹੁਤ ਹੈਗਾ ਹੁਣ 11 ਰੁਪਏ 2100 ਰੁਪਏ ਕਿਰਾਏ ਨਾਲ ਕੀ ਬਣਦਾ ਹੈਗਾ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਸਰ ਜੀ 100 ਰੁਪਏ ਸਾਲ ਦਾ ਵਧਾ ਦਿਆ ਕਰੋ ਕੋਈ ਫਰਕ ਨਹੀਂ ਪੈਂਦਾ ਵੀ ਆਪਾਂ ਖਾ ਪੀ ਕੇ ਵੀ ਮੂੰਹ ਥੋਕ ਹੀ ਦਿੰਦੇ ਆ ਤੇ ਉਹਨਾਂ ਨੇ ਕੀ ਕੀਤਾ ਕਹਿੰਦੇ ਮੈਂ ਕਿਹਾ ਨਾਲੇ ਕਾਗਜ਼ ਲਾਈਫ ਬਣਾ ਦਿਓ ਦੂਜੇ ਸਟਾਂਪ ਬਣਾ ਦਿਓ ਵੀ ਜੋ ਮੈਂ ਕੋਰਟ ਦੇ ਵਿੱਚ ਉਹਦੇ ਵਿੱਚ ਦੇਣੇ ਕਚਹਿਰੀ ਥਾਣੇ ਦੇਣੇ ਹੈਗੇ ਜੋ ਥਾਣੇ ਕਾਰਡ ਇੱਕ ਆਧਾਰ ਕਾਰਡ ਇੱਕ ਦੂਜਾ ਫੋਟੋ ਤੇ ਸਟਾਂਪ
ਤੋ ਜੋ ਜਿਹੜੇ ਪਹਿਲੋਂ ਪਾਪਾ ਦੇ ਨਾਂ ਤੇ ਸੀਗੇ ਉਹ ਮੈਨੂੰ ਥਾਣੇਦਾਰ ਕਹਿ ਗਏ, ਕਹਿੰਦਾ ਵੀ ਬਾਬਾ ਜੀ ਤੁਸੀਂ ਆਪਣੇ ਨਾਂ ਤੇ ਬਣਵਾ ਕੇ ਦੇ ਕੇ ਜਾਇਓ, ਪਾਪਾ ਤੁਹਾਡੇ ਪੂਰੇ ਹੋ ਗਏ, ਉਹ ਖਤਮ ਹੋ, ਉਹਦਾ ਕੋਈ ਵੈਲਿਊ ਨਹੀਂ ਹੈਗੀ ਉਹਨਾਂ ਦੀ। ਤੇ ਮੈਂ ਕਿਹਾ ਠੀਕ ਆ ਸਰ। ਮੈਂ ਇਹਨਾਂ ਨੂੰ ਕਿਹਾ ਸਰ ਜੀ ਤੁਸੀਂ ਨਾ ਮੈਂ ਸਾਰਿਆਂ ਨੂੰ ਕਿਹਾ ਵੀਰ ਜੀ ਤੁਸੀਂ ਨਾ ਕਾਗਜ਼ ਬਣਵਾ ਦਿਓ, ਸਟਾਂਪ ਬਣਵਾ ਦਿਓ 11 ਮਹੀਨੇ ਦੇ, ਤੇ ਇੱਕ ਆਧਾਰ ਕਾਰਡ ਕਾਪੀ ਦੇ ਦਿਓ, ਇੱਕ ਫੋਟੋ ਦੇ ਦਿਓ ਵੀ ਆਪਾਂ ਥਾਣੇ ਦੇਣੇ ਹੈਗੇ ਆ। ਮੈਂ ਕਿਹਾ ਤੁਸੀਂ ਆਪ ਹੀ ਦੇ ਆਇਓ, ਨਹੀਂ ਤਾਂ ਇਹ ਚੀਜ਼ਾਂ ਵੀ ਮੈਨੂੰ ਜਿਹੜੀ ਜਿਹੜੀ ਬਣਦੀ ਹੈਗੀ ਆ। ਇਹ ਕਹਿੰਦੇ ਠੀਕ ਆ ਜੀ। ਉਹ ਇਹਨਾਂ ਨੇ ਥੋੜ੍ਹੇ ਕੁ ਦਿਨ ਪਏ ਤੇ ਉਹਨਾਂ ਨੇ ਕੀ ਕੀਤਾ, ਉਸ ਤੋਂ ਬਾਅਦ ਇਹਨਾਂ ਨੇ ਨਾ ਕਹਿੰਦੇ ਲਿਆ ਕੇ ਦਿੰਦੇ ਤੁਹਾਨੂੰ ਇਹ ਕਾਗਜ਼ ਬਣਵਾ ਕੇ। ਇਹਨਾਂ ਨੇ ਚੁੱਕ ਕੇ ਸਟੇ ਲੈ ਲਿਆ, ਸਟੇ ਦੇ ਕਾਗਜ਼, ਕਹਿੰਦੇ ਆ ਲਓ ਸਟੇ। ਉਹ ਮੈਂ ਕਿਹਾ ਭਾਜੀ ਮੈਂ ਤਾਂ ਤੁਹਾਨੂੰ ਇਹ ਕੀਤਾ ਸੀਗਾ। ਕਹਿੰਦੇ ਨਹੀਂ ਤੁਸੀਂ ਕਾਗਜ਼ ਮੰਗੇ ਸੀਗੇ, ਉਹ ਦਰਮਿਆਨ ਸਟੇ ਲਿਆਏ? ਲੈ ਆਏ, ਹਾਂਜੀ ਉਹਦੇ ਦਰਮਿਆਨ ਸਟੇ ਲੈ ਆਏ। ਜੋ ਕਹਿੰਦੇ ਵੀ ਜੋ ਵੀ ਇਹਨਾਂ ਨੇ ਕਿਹਾ ਗਲਤ ਝੂਠ ਬੋਲਦੇ ਆ। ਉਸ ਤੋਂ ਬਾਅਦ ਇਹਨਾਂ ਨੇ ਸਟੇ ਲਿਆ, ਸਟੇ ਬਗੈਰ ਮੇਰੇ ਪੁੱਛੇ ਜੋ ਕਾਨੂੰਨ ਦੇ ਦਾਇਰੇ ਵਿੱਚ ਆਪਾਂ ਕੰਮ ਕਰਾਂਗੇ, ਜੋ ਵੀ ਕਰਾਂਗਾ ਮੈਂ ਗਲਤ ਕੰਮ ਨਹੀਂ ਕਰੂੰਗਾ, ਤੁਸੀਂ ਮੇਰੀ ਪੂਰੀ ਇਨਕੁਆਇਰੀ ਕਰ ਸਕਦੇ ਹੋ। ਉਹਦੇ ਵਿੱਚ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਸਟੇ ਲਿਆ, ਮੇਰੇ ਬਗੈਰ ਪੁੱਛੇ ਦੁਕਾਨ ਤੋੜੀ, ਬਗੈਰ ਪੁੱਛੇ ਫਰਸ਼ ਤੋੜੀ। ਜੋ ਲੇਕਿਨ ਇਹ ਰੋਪ ਲਗਾ ਰਹੇ ਕਿ ਤੁਸੀਂ ਸੁਰਾਖ ਕੀਤੇ, ਤੁਸੀਂ ਦੁਕਾਨਾਂ ਤੋੜੀਆਂ, ਮੇਰੇ ਸ਼ੀਸ਼ੇ ਵੀ ਤੋੜਤੇ, ਅਰੇ ਸੱਚਾਈ ਨਹੀਂ ਹੈ? ਉਹਨਾਂ ਕੋਲ ਵੀਡੀਓ ਦਿਖਾ ਦੇ, ਨਹੀਂ ਤਾਂ ਅਸੀਂ ਦਿਖਾਣੇ ਆ, ਵੀਡੀਓ ਦਿਖਾ ਦੇ। ਨਹੀਂ ਤਾਂ ਮੈਂ ਦਿਖਾਉਣਾ ਇਹਨਾਂ ਦੀਆਂ ਵੀਡੀਓ। ਇਹਨਾਂ ਨੇ ਆਪ ਤੋੜਿਆ, ਆਪ ਕੱਢਿਆ, ਉਹ ਵੀ ਦੁਕਾਨ ਦੇ ਵਿੱਚ। ਮੈਂ ਦੱਸ ਦਿੰਦਾ ਕਿਹੜੀ ਦੁਕਾਨ 'ਚ ਰੱਖੇ ਇਹਨਾਂ ਨੇ ਪਹਿਲਾਂ ਤੋੜੇ ਭੰਨਿਆ, ਸਾਰਾ ਕੁਝ ਕੀਤਾ। ਉਸ ਤੋਂ ਬਾਅਦ ਸਟੇ ਦੇ ਵਿੱਚ ਆਣ ਕੇ ਇਹਨਾਂ ਨੇ ਸਟੇ ਲੈ ਕੇ ਉਹਦੇ ਵਿੱਚ ਗੁੰਡਾਗਰਦੀ ਕੀਤੀ ਰਾਤ ਨੂੰ 9 ਵਜੇ। ਮੈਨੂੰ ਇਹ ਦੱਸੋ ਵੀ ਕਿਹੜਾ 9 ਵਜੇ ਰਾਤ ਨੂੰ ਮਿਸਤਰੀ ਲਾ ਕੇ ਸਟੇ ਫਰਸ਼ ਪਾਉਂਦਾ? ਰਾਤ ਨੂੰ ਦੁਕਾਨਾਂ ਖਾਲੀ ਖਤਮ? ਹਾਂ, ਜਦੋਂ ਸਟੇ ਲੈ ਕੇ ਰਾਤ ਨੂੰ ਕਾਨੂੰਨ ਦੀ ਨੰਗਿਆ ਕੀਤੀ ਇਹਨਾਂ ਨੇ, ਕਾਨੂੰਨ ਦੀ ਦਾਇਰਾ ਤੋੜਿਆ ਸਾਰਾ। ਤੇ ਉਹਦੀ ਤੁਸੀਂ ਫੁਟੇਜ ਵੀ ਦਿੱਤੀ ਹੋਣੀ? ਸਾਰਾ ਕੁਝ ਫੋਟੋ ਪਈਆਂ ਸਾਡੇ ਕੋਲ, ਹਰ ਇੱਕ ਚੀਜ਼ ਪ੍ਰੂਫ ਪਿਆ ਹੋਇਆ। ਤੁਹਾਡੀ ਮੰਗ ਕੀ ਹੈ? ਸਾਡੀ ਮੰਗ ਇਹ ਆ ਵੀ ਜਿਹੜੇ ਸਾਡੇ ਦੁਕਾਨਦਾਰ ਹੈਗੇ ਆ, ਸਾਨੂੰ ਇਹਨਾਂ ਤੋਂ ਬਹੁਤ ਖਤਰਾ ਹੋ ਚੁੱਕਿਆ ਹੈਗਾ। ਸਰਕਾਰ ਨੂੰ ਬੇਨਤੀ ਇਹੀ ਹੈ ਵੀ ਮੇਰੇ ਘਰਦਿਆਂ ਨੂੰ, ਮੇਰੇ ਪਰਿਵਾਰ ਨੂੰ, ਮੇਰੇ ਬੱਚਿਆਂ ਨੂੰ ਕੋਈ ਵੀ ਘਟਨਾ ਹੁੰਦੀ ਆ, ਕੋਈ ਵੀ ਗੱਲਬਾਤ ਹੁੰਦੀ ਆ, ਇਸ ਅਫਸਰ ਜਾਂ ਇਹ ਦੁਕਾਨਦਾਰ ਜ਼ਿੰਮੇਦਾਰ ਹੈਗੇ ਆ। ਇਹ ਵੀ ਕਿਹਾ ਵੀ ਐਸਐਸਪੀ ਨੂੰ, ਡੀਐਸਪੀ ਨੂੰ, ਕਮਿਸ਼ਨਰ ਨੂੰ, ਸਾਰਿਆਂ ਨੂੰ ਦਰਖਾਸਤਾਂ ਕੱਢੀਆਂ ਨੇ। ਉਹਦੇ ਸਾਡੇ ਕੋਲੇ ਪ੍ਰੂਫ ਪਏ ਹੋਏ ਆ। ਕੀ ਨਾਂ ਸੀ ਉਹਦੇ ਮੁੰਡੇ ਦਾ ਜਿਹਨੇ ਸਾਹਿਬ ਨੇ 3 ਨੰਬਰ ਕਮਰਾ ਹੈਗਾ ਕਚਹਿਰੀ ਦੇ ਵਿੱਚ, ਅਸੀਂ ਉਹਨਾਂ ਕੋਲੇ ਵੀ ਗਏ। ਉਹਨਾਂ ਨੇ ਫੋਨ ਕੀਤਾ ਐਸਐਚ ਨੂੰ, ਕਹਿੰਦਾ ਬਾਬਿਆਂ ਦੀ ਗੱਲ ਸੁਣ, ਕਹਿੰਦਾ ਕੁੜੀ ਆ ਰਹੀ ਹੈ। ਉਹਨੇ ਸਾਡੀ ਕੋਈ ਗੱਲ ਨਹੀਂ ਸੁਣੀ ਗੀ। ਉਹੀ ਖਿੱਚ ਖੁੱਜ ਕੇ ਵੀ ਉਹ ਕੁੜੀ ਵੀ ਸਾਨੂੰ ਨਹੀਂ ਦੱਸ ਕੇ ਗਈਗੀ। ਕੁੜੀ ਨੇ ਗੱਡੀ ਕੱਢੀ ਬਾਹਰ, ਸਕਾਰਪੀਓ ਕੱਢ ਕੇ ਲਿਜਾ ਕੇ ਉੱਥੇ ਖੜੀ ਕਰਕੇ ਟੈਂਕੀ ਤੇ ਚੜ੍ਹ ਗਈ। ਅਸੀਂ ਮਗਰ ਭੱਜੇ ਸੀਗਾ, ਪਤਾ ਨਹੀਂ ਕੀ ਗੱਲਬਾਤ ਹੋ ਗਈ, ਕੁੜੀ ਕਾਹਤੋਂ ਗੱਡੀ ਇੰਨੀ ਤੇਜ਼ ਕੱਢ ਕੇ ਲੱਗੀ ਸਕਾਰਪੀਓ। ਫਿਰ ਅਸੀਂ ਜਦੋਂ ਉੱਤੇ ਚੜ੍ਹੇ ਤੇ ਇਹ ਉੱਤੇ ਚੜ੍ਹੀ ਹੋਈ। ਅਸੀਂ ਇਹਨੂੰ ਬੜਾ ਫੋਨ ਕੀਤਾ, ਪੁੱਤ ਥੱਲੇ ਆਇਆ। ਕਹਿੰਦੀ ਨਹੀਂ ਮੈਂ ਤਾਂ ਮਰ ਜੂੰਗੀ ਤੇ ਮੈਨੂੰ ਇਨਸਾਫ ਨਹੀਂ ਮਿਲਦਾਗਾ। ਗੁਰੂ ਘਰ ਦੇ ਵਿੱਚ ਧੱਕੇ ਮਾਰੇ ਆਣ ਕੇ, ਦਰਵਾਜ਼ਾ ਖੋਲ ਕੇ ਨੰਗੇ ਸਿਰ ਵੜੇ, ਬੇਅਦਬੀ ਕੀਤੀ ਹੈਗੀ ਆ। ਲੇਕਿਨ ਤੁਸੀਂ ਕਿੱਦਾਂ ਦੀ ਮੰਗ ਚਾਹੁੰਦੇ ਹੋ ਕਿ ਪ੍ਰਸ਼ਾਸਨ ਨੇ ਜਿਹੜੀ ਸਰੇਆਮ ਕਹਿ ਰਹੇ ਨੇ ਕਿ ਧੱਕਾ ਕੀਤਾ ਗਿਆ ਸੀ, 100 ਰੁਪਏ ਵਧਾਉਣ ਦੀ ਗੱਲ ਕੀਤੀ ਗਈ, ਸਟਾਂਪ ਮੰਗਣ ਦੀ ਗੱਲ ਕੀਤੀ ਸੀਗੀ, ਨਵੇਂ ਸਿਰੇ ਤੋਂ ਸਟਾਂਪ ਦਿੱਤੇ ਜਾਣ, ਲੇਕਿਨ ਉਹ ਵੀ ਨਹੀਂ ਦਿੱਤੇ ਗਏ। ਉਸ ਤੋਂ ਬਾਅਦ ਗੁੱਡੀ ਨੂੰ ਮਜਬੂਰ ਹੋ ਕੇ ਟੈਂਕੀ ਤੇ ਚੜ੍ਹਨਾ ਪੈ ਗਿਆ, ਲੇਕਿਨ ਅੱਜ ਨੂੰ ਵੀ ਇਨਸਾਫ ਨਹੀਂ ਮਿਲਿਆ। ਦੇਖੋ ਬੇਨਤੀ ਇਸ ਤਰ੍ਹਾਂ ਹੈ ਵੀ ਇਹਨਾਂ ਨੇ ਤਾਂ ਕਾਨੂੰਨ ਦੀ ਗੱਲ ਉਹਨਾਂ ਨੂੰ ਦੱਸੀ ਵੀ ਜਿਹੜੇ ਫਾਰਮ ਭਰਾਏ ਜਾਂਦੇ ਨੇ, ਜੋ ਇਹਨਾਂ ਤੋਂ ਪ੍ਰਸ਼ਾਸਨ ਨੇ ਮੰਗਿਆ ਉਹ ਇਹਨਾਂ ਨੇ ਉਹਨਾਂ ਨੂੰ ਕਹਿਤਾ। ਠੀਕ ਹੈ ਜੀ, ਕਿਉਂ ਇਹ ਵਿਚਾਰੇ ਸਾਡੇ ਵਾਂਗੂ ਭੋਲੇ ਭਾਲੇ ਨੇ ਤੇ ਅਸੀਂ ਵੀ ਬਾਹਲੇ ਕਾਨੂੰਨ ਦੇ ਬਲ ਦਾ ਪੇਚ ਨਹੀਂ ਜਾਣਦੇ। ਠੀਕ ਹੈ ਜੀ, ਸਾਡਾ ਜੱਟ ਸੌਦਾ, ਸਿੱਧੀ ਗੱਲ ਕਰਨੀ ਆ, ਸਿੱਧੇ ਬਚਨ ਕਰਨੇ ਆ। ਠੀਕ ਹੈ ਜੀ, ਤੇ ਇਹ ਗੁੱਡੀ ਨੇ ਜਦੋਂ ਇਹ ਇਹੋ ਜਿਹਾ ਸਟੈਪ ਚੱਕ ਲਿਆ, ਉਸ ਤੋਂ ਬਾਅਦ ਦਾਸ ਫਤਿਹਗੜ੍ਹ ਸਾਹਿਬ ਤੋਂ ਆਇਆ ਫਟਾਫਟ ਵੀ ਜੇ ਮੈਨੂੰ ਦੱਸਿਆ ਵੀ ਇਹਨਾਂ ਨੇ ਵੀ ਕੁੜੀ ਨੇ ਇਹ ਸਟੈਪ ਚੱਕ ਲਿਆ। ਕਿਉਂਕਿ ਅੱਗੇ ਵੀ ਤੁਸੀਂ ਦੇਖਿਆ ਹੋਊਗਾ ਅਸੀਂ ਇਹੋ ਜਿਹੇ ਕੰਮਾਂ 'ਚ ਨਹੀਂ ਆਉਂਦੇ, ਪਰ ਜਿੱਥੇ ਕਿਸੇ ਧੀ ਭੈਣ ਨਾਲ ਧੱਕਾ ਹੁੰਦਾ ਉੱਥੇ ਸਾਡਾ ਫਰਜ਼ ਬਣਦਾ, ਭਾਵੇਂ ਕਿਸੇ ਦੀ ਵੀ ਧੀ ਭੈਣ ਹੋਵੇ, ਸਾਡਾ ਫਰਜ਼ ਬਣਦਾ ਵੀ ਉੱਥੇ ਖੜਨਾ, ਕਿਉਂਕਿ ਸਾਡੇ ਗੁਰੂ ਨੇ ਸਿਖਾਇਆ ਹੀ ਇਹ ਕੁਝ ਆ ਸਾਨੂੰ। ਤੇ ਇਹ ਤਾਂ ਫਿਰ ਗੁਰੂ ਘਰ ਦੀ ਗੱਲ ਆ, ਗੁਰੂ ਦੀ ਬੇਅਦਬੀ ਦੀ ਗੱਲ ਆ ਵੀ 20 ਬੰਦੇ ਜੇ ਚੜ੍ਹ ਕੇ ਕਿਸੇ ਤੇ ਆਉਂਦੇ ਨੇ ਖਾਲਸਾ ਜੀ, ਤੇ ਉੱਥੇ ਆਪਾਂ ਨੂੰ ਜਾਣਾ ਨਹੀਂ ਚਾਹੀਦਾ। ਤੁਸੀਂ ਦੱਸ ਦਿਓ, ਜਾਣਾ ਚਾਹੀਦਾ ਨਾ, ਸਾਡਾ ਫਰਜ਼ ਬਣਦਾ। ਤੇ ਫਿਰ ਪ੍ਰਸ਼ਾਸਨ ਨੇ ਹੁਣ ਕੀ ਕੀਤਾ? ਦੇਖੋ ਉਹਨਾਂ ਤੇ ਤਾਂ ਪਰਚਾ ਚਲੋ ਪ੍ਰਸ਼ਾਸਨ ਨੇ ਕੀਤਾ, ਉਹ ਵੀ ਕੁੜੀ ਦੇ ਕਰਕੇ, ਸਾਡੇ ਕਰਕੇ ਨਹੀਂ ਉਹਨਾਂ ਨੇ ਕਿਸੇ ਵੀ ਕੀਤਾ, ਕਿਉਂਕਿ ਕੁੜੀ ਨੂੰ 2 ਮਹੀਨੇ ਹੋ ਗਏ ਸੀ ਧੱਕੇ ਖਾਂਦੇ ਨੂੰ। ਪਰ ਹੁਣ ਪ੍ਰਸ਼ਾਸਨ ਨੇ ਕੀ ਕੀਤਾ? ਹੁਣ ਉਹਨਾਂ ਨੇ ਸਾਡੇ ਤੇ ਵੀ ਪਰਚੇ ਕਰ ਦਿੱਤੇ ਹੈਗੇ, 4-5 ਜਣਿਆਂ ਤੇ ਪਰਚੇ ਸਾਡੇ ਤੇ ਵੀ ਕਰਤੇ ਆ। ਪਰ ਦੱਸੋ ਕਿਸੇ ਦੀ ਜਾਨ ਬਚਾਉਣਾ ਹੋਵੇ, ਜੇ ਅਸੀਂ ਧੀ ਦੀ ਜਾਨ ਬਚਾਈ ਆ, ਪੌੜੀਆਂ ਸਾਰੀਆਂ ਟੁੱਟੀਆਂ ਹੋਈਆਂ, ਮੈਂ ਉੱਤੇ ਪੈਰ ਰੱਖਿਆ ਨਾਲ ਹੀ ਪੈਰ ਮੇਰਾ ਵਿੱਚ ਵੜ ਗਿਆ ਉਹ ਟੈਂਕੀ ਤੇ। ਹੁਣ ਵੀ ਜਾ ਕੇ ਦੇਖ ਲਓ, ਇੰਨੀ ਟੁੱਟੀ ਹੋਈ ਟੈਂਕੀ ਸੀਗੀ ਉਹ ਟੈਂਕੀ, ਬਹੁਤ ਖਤਰਨਾਕ ਸੀ। ਮੈਂ ਆਪਣੀ ਮੌਤ ਨੂੰ ਅਲਵਿਦਾ ਕਹਿ ਕੇ ਗਿਆ ਕਈ ਹਿਸਾਬ ਦਾ ਉੱਪਰ। ਉਹਦੇ ਬੱਚੀ ਨੂੰ ਤੁਸੀਂ ਨੀਚੇ ਲਿਆਏ? ਹਾਂ, ਬੱਚੀ ਨੂੰ ਮੈਂ 2 ਵਾਰੀ ਗਿਆ, 1 ਵਾਰੀ ਵੀ ਨਹੀਂ 2 ਵਾਰੀ। 1 ਵਾਰੀ ਤਾਂ ਸਰ ਨੇ ਜਿਹੜੇ ਕਾਗਜ਼ ਦਿੱਤੇ ਸੀ ਸਾਈਨ ਕਰਵਾ ਕੇ ਕੁੜੀ ਤੋਂ, ਉਹ ਸਰ ਨੂੰ ਲਿਆ ਕੇ ਦਿੱਤੇ। ਮੈਂ ਪ੍ਰਸ਼ਾਸਨ ਦੀ ਹੈਲਪ ਕੀਤੀ, ਪਰ ਇਹਨਾਂ ਨੇ ਕੀ ਕੀਤਾ? ਸਾਡੇ ਤੇ ਪਰਚਾ ਕਰਤਾ। ਇਹਦਾ ਮਤਲਬ ਅਸੀਂ ਕੀ ਸਮਝੀਏ ਵੀ ਇਹਨਾਂ ਨੇ ਪੈਸੇ ਨਹੀਂ ਚਾੜੇ ਹੋਣਗੇ ਸਰਕਾਰ ਨੂੰ? ਜੇ ਸਾਡੇ ਤੇ ਪਰਚੇ ਹੋਏ ਆ, ਇੱਕ ਜਾਨ ਕਿਸੇ ਦੀ ਬਚਾਈ ਹੋਵੇ ਤੇ ਉਸੇ ਬੰਦਿਆਂ ਤੇ ਪਰਚਾ ਪੈ ਜਾਵੇ ਤੇ ਕਿੱਡੀ ਮਾੜੀ ਗੱਲ ਆ। ਲੇਕਿਨ ਮੰਗ ਕੀ ਕਰਦੇ ਹੋ? ਮੰਗ ਤਾਂ ਅਸੀਂ ਪ੍ਰਸ਼ਾਸਨ ਤੋਂ ਇਹੀ ਕਰਦੇ ਹਾਂ ਵੀ ਸਾਡੇ ਜਿਹੜੇ ਪਰਚੇ ਸਾਡੇ ਤੋਂ ਹੋਏ ਨੇ ਉਹ ਰੱਦ ਹੋਣ, ਤੇ ਜੇ ਇਹ ਤਰੀਕੇ ਨਾਲ ਕਰਨਾ ਚਾਹੁੰਦੇ ਨੇ
ਤੇ ਤਰੀਕੇ ਨਾਲ ਬੈਠ ਕੇ ਕਰਨੀ ਹੈ ਤੇ ਬੈਠ ਕੇ ਗੱਲ ਵੀ ਕਰ ਸਕਦੇ ਨੇ, ਪਰ ਅਸਲ ਦੇ ਵਿੱਚ ਇਹਨਾਂ ਨੇ ਕੁੜੀ ਨੇ ਧੱਕਾ ਕੀਤਾ ਹੈ। ਇਸ ਕਰਕੇ ਕੁੜੀ ਨੇ ਇਹ ਸਟੈਪ ਚੱਕਿਆ ਤੇ ਜੇ ਕੁੜੀ ਮਰ ਜਾਂਦੀ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਦਾ। ਪ੍ਰਸ਼ਾਸਨ ਮੈਂ ਤਾਂ ਕਹਿ ਰਿਹਾ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਸੁਣੀ ਹੁੰਦੀ ਤੇ ਕੰਮ ਸਾਰਾ ਨਿਬੜ ਜਾਂਦਾ, ਇੰਨਾ ਕਦਮ ਚੱਕਣਾ ਹੀ ਨਾ ਪੈਂਦਾ। ਤੇ ਜੇ ਪ੍ਰਸ਼ਾਸਨ ਕਹਿੰਦਾ ਵੀ ਅਸੀਂ ਇਹ ਜਿਹੜਾ ਅਸੀਂ ਉਹਨਾਂ ਨੂੰ ਜ਼ੋਰ ਲਾਇਆ ਕੁੜੀ ਨੂੰ, ਅਸੀਂ ਕਿਹਾ ਇਹ ਪ੍ਰਸ਼ਾਸਨ ਦੀ ਬਿਲਕੁਲ ਗਲਤ ਗੱਲ ਹੈ। ਪ੍ਰਸ਼ਾਸਨ ਦੀ ਅਸੀਂ ਹੈਲਪ ਕੀਤੀ ਹੈ। ਪ੍ਰਸ਼ਾਸਨ ਆਪਣੀ ਮੌਤ ਦੇ ਅਸੀਂ ਇੱਕ ਹਿਸਾਬ ਦੀ ਆਪਣੀ ਮੌਤ ਆ ਗਈ ਸੀ, ਸਾਨੂੰ ਉੱਤੇ ਚੜੇ ਸੀ। ਮਤਲਬ ਤੁਸੀਂ ਮੰਗ ਕਰਦੇ ਹੋ ਕਿ ਜੋ ਸਾਡੇ ਤੇ ਪਰਚੇ ਦਰਜ ਕੀਤੇ ਗਏ ਉਹ ਕੈਂਸਲ ਕੀਤੇ ਜਾਣ, ਖਾਰਿਜ ਕੀਤੇ ਜਾਣ। ਅਗਰ ਦੁਕਾਨਦਾਰ ਬੈਠ ਕੇ ਕੋਈ ਰਾਜੀਨਾਮਾ ਕਰਨਾ ਚਾਹੁੰਦੇ ਉਹ ਕੀਤਾ ਜਾਵੇਗਾ? ਨਹੀਂ ਬਿਲਕੁਲ, ਦੇਖੋ ਜੇ ਇਹਨਾਂ ਦਾ ਕੰਮ ਨਿਬੜਦਾ ਤੇ ਹੋਣਾ ਵੀ ਚਾਹੀਦਾ। ਬਾਕੀ ਇਹਨਾਂ ਦੀ ਗੱਲ ਆ ਪਰਿਵਾਰ ਦੀ, ਅਸੀਂ ਇਹਨਾਂ ਦੇ ਨਾਲ ਸਹਿਮਤ ਹਾਂ, ਪਰ ਉਹਨਾਂ ਨੂੰ ਆਖਰ 'ਚ ਤਾਂ ਜਾ ਕੇ ਬੈਠਣਾ ਹੀ ਪੈਣਾ, ਭਾਵੇਂ ਜਿੰਨੀ ਮਰਜ਼ੀ ਕਿਸ ਕਰਾ ਲਓ। ਉਹਨਾਂ ਨੂੰ ਉਹ ਸਜ਼ਾ ਕੱਟ ਲੈਣਗੇ, ਇਹ ਕੱਢ ਲੈਣਗੇ। ਇਹਨਾਂ ਦਾ ਨੁਕਸਾਨ ਹੁੰਦਾ, ਉਹਨਾਂ ਦਾ ਨੁਕਸਾਨ ਹੁੰਦਾ, ਦੋਵਾਂ ਧਿਰਾਂ ਦਾ ਨੁਕਸਾਨ ਹੋਣਾ। ਮੇਰਾ ਮੰਨਣਾ ਹੈ ਵੀ ਸਰਕਾਰ ਜਿਹੜੀ ਆ ਇਹਨਾਂ ਦੀ ਕਿਸ ਤਰੀਕੇ ਨਾਲ ਹੈਲਪ ਕਰੇ ਵੀ ਇਹਨਾਂ ਦਾ ਜਿਹੜਾ ਝਗੜਾ ਮੁੱਕੇ। ਦੋਨੋਂ ਧਿਰਾਂ ਦਾ ਝਗੜਾ ਆਪਸ ਵਿੱਚ ਮੁੱਕਣਾ ਚਾਹੀਦਾ, ਕਿਉਂਕਿ ਵਿਵਾਦ ਜਿਹੜਾ ਹੁੰਦਾ ਭੱਖ ਜਾਂਦਾ ਕਈ ਵਾਰੀ। ਬਾਬਾ ਜੀ ਵਿਵਾਦ ਜਿਹੜਾ ਭੱਖ ਜਾਂਦਾ, ਵਿਵਾਦ ਜਦੋਂ ਭੱਖਦਾ ਉਹਨੂੰ ਕੰਟਰੋਲ ਕਰਨ ਵਾਸਤੇ ਵੀ ਕੁਝ ਨਾ ਕੁਝ ਕਰਨਾ ਪੈਂਦਾ। ਜੋ ਤੁਸੀਂ ਕਹਿ ਰਹੇ ਹੋ ਅਗਰ ਤੁਹਾਡੇ ਇਕਰਾਰਨਾਮੇ ਤੇ ਨਹੀਂ ਮੰਨਦੇ ਫਿਰ ਤੁਸੀਂ ਪ੍ਰਸ਼ਾਸਨ ਜਾਂ ਕੋਰਟ ਦਾ ਦਰਵਾਜ਼ਾ ਵੀ ਖਟਕਾ ਸਕਦੇ। ਇਹ ਖੜਕਾਇਆ ਹੋਇਆ ਸਰ, ਖੜਕਾਇਆ 2 ਮਹੀਨੇ ਤਾਂ ਹੋ ਗਏ ਸਰ, ਸਾਨੂੰ 2 ਮਹੀਨੇ ਹੋ ਗਏ ਘੁੰਮਦਿਆਂ ਨੂੰ ਇਹਨਾਂ ਦੇ ਮਗਰ, ਸਰਕਾਰ ਦੇ ਮਗਰ। ਉਹਨੇ ਪੈਸੇ ਖਾ ਲਏ ਮੈਨੂੰ ਲੱਗਦਾ ਸਰਕਾਰ ਨੇ, ਜਿਹੜਾ ਕੀ ਨਾਲ ਲੈਂਦਾ ਅਫਸਰ ਨੇ ਕਿਸੇ ਨੇ, ਉਹ ਸਾਡੀ ਸੁਣਦਾ ਹੀ ਨਹੀਂਗਾ। ਉਹਨੂੰ ਇੱਥੇ ਇੱਕ ਝੂਠ ਮਾਰਿਆ, ਕਹਿੰਦੇ ਉਹਦੇ ਵਿੱਚ ਕਿਹਾ ਨਾ ਗੱਡੀ ਦੇ ਵਿੱਚ ਸਾਡੀਆਂ ਗੱਡੀਆਂ ਮੂਹਰੇ ਲਾਉਂਦਾ ਹੈਗਾ। ਮੇਰੇ ਕੋਲੇ ਵੀਡੀਓ ਪਈ ਹੈ, ਇਹ ਗੱਡੀਆਂ ਇਹਨਾਂ ਦੀਆਂ ਕਿੱਦਾਂ ਲੱਗਦੀਆਂ ਗੁਰੂ ਘਰ ਦੇ ਮੂਹਰੇ। ਉਹ ਵੀ ਮੈਂ ਤੁਹਾਨੂੰ ਸੈਂਡ ਕਰੂੰਗਾ, ਤੁਹਾਨੂੰ ਦਿਖਾਓ, ਤੁਸੀਂ ਲੋਕਾਂ ਨੂੰ ਦਿਖਾਓ ਵੀ ਵਾਕਈ ਸਹੀ ਗੱਲ ਹੈ ਤੇ ਗਲਤ ਹੈ। ਗੁਰੂ ਘਰ ਦੇ ਮੂਹਰੇ ਗੱਡੀਆਂ ਲਾਉਂਦਾ ਕਾਲਾ ਜਿਹੜਾ ਟਾਇਰਾਂ ਵਾਲਾ ਹੈਗਾ, ਗੁਪਤਾ ਉਹਨੇ ਗੱਡੀਆਂ ਮੂਹਰੇ ਲਾ ਕੇ ਗੱਡੀਆਂ ਦੇ ਸਾਡਾ ਰਸਤਾ ਰੋਕ ਦਿੰਦਾ। ਸੰਗਤ ਨੂੰ ਆਉਣ ਜਾਣ ਨੂੰ ਪਰੇਸ਼ਾਨੀ ਹੁੰਦੀ ਆ, ਪਰ ਅਸੀਂ ਇਹਨਾਂ ਨੂੰ ਦੁਕਾਨਾਂ ਖਾਲੀ ਕਰਵਾਉਣੀਆਂ ਚਾਹੁੰਦੇ ਆ। ਸਾਡੀ ਅਪੀਲ ਇਹੀ ਹੈ ਸਰਕਾਰ ਦੇ ਮੂਹਰੇ ਵੀ ਸਾਨੂੰ ਇਹਨਾਂ ਕੋਲੋਂ ਖਤਰਾ, ਮੈਨੂੰ ਬੱਚਿਆਂ ਨੂੰ ਵੀ ਖਤਰਾ ਹੈਗਾ, ਮੇਰੇ ਘਰਦਿਆਂ ਨੂੰ, ਸਾਰੇ ਪਰਿਵਾਰ ਨੂੰ ਖਤਰਾ। ਕੋਈ ਵੀ ਕੁਝ ਕਰ ਸਕਦੇ ਹੈਗੇ ਆ, ਵੀ ਕਤਲ ਵੀ ਕਰ ਸਕਦੇ, ਸਾਡਾ ਕੁਝ ਵੀ ਕਰ ਸਕਦੇ। ਇਹ ਜ਼ਿੰਮੇਦਾਰ ਹੈ, ਡਰ ਹੈ। ਮੇਰੇ ਕੋਲ ਬੇਨਤੀ ਮੇਰੀ ਸਰਕਾਰ ਦੇ ਅੱਗੇ ਹੀ ਆ ਵੀ ਮੇਰੀ ਮਿਹਨਤ ਕਰਕੇ ਬੇਨਤੀ ਤੁਹਾਡੇ ਅੱਗੇ ਵੀ ਤੁਸੀਂ ਇਹ ਦੁਕਾਨਾਂ ਜਿਹੜੀਆਂ ਨੇ ਇਹਨਾਂ ਕੋਲੋਂ ਮੇਰੀ ਖਾਲੀਆਂ ਕਰਵਾਈ ਜਾਇਆ ਕਰਨ, ਤੇ ਗੁਰੂ ਘਰ ਦਾ ਜੋ ਵੀ ਹੈਗਾ ਤਾਣਾ ਬਾਣੀ ਚੱਲਦਾ ਉਹ ਸਾਡਾ ਚੱਲੀ ਜਾਣ ਦਿਓ। ਤੇ ਸਭ ਝੂਠ ਹੈ, ਜਿੰਨੀਆਂ ਵੀ ਇਹਨਾਂ ਨੇ ਵੀਡੀਓ ਪਾਈਆਂ, ਜੋ ਵੀ ਕੀਤਾ ਸਭ ਝੂਠ ਹੈ। ਤੁਹਾਨੂੰ ਅਸੀਂ ਪ੍ਰੂਫ ਦਿਖਾਵਾਂਗੇ, ਜੇ ਤੁਸੀਂ ਚਲਾਉਣੀ ਹੋਈ ਚਲਾ ਦਿਓ, ਜੋ ਸੱਚ ਦਿਖਾਵਾਂਗੇ, ਜੋ ਵੀ ਦਿਖਾਵਾਂਗੇ, ਝੂਠ ਨਹੀਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ, ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹਾਂ। ਬਾਬਾ ਜੀ ਸਾਡੇ ਨਾਲ ਮੌਜੂਦ ਹੈ, ਬੇਟੀ ਵੀ ਸਾਡੇ ਨਾਲ ਮੌਜੂਦ ਸੀਗੀ। ਜੋ ਆਰੋਪ ਜਿਹੜੇ ਉਸ ਵੀਡੀਓ ਦੇ ਵਿੱਚ ਉਹਨਾਂ ਨੇ ਲਗਾਏ ਸੀਗੇ ਉਹ ਸਾਰੇ ਦਾ ਇਹਨਾਂ ਨੇ ਖੰਡਨ ਕੀਤਾ ਹੋਇਆ। ਇਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਤੋਂ ਸਾਨੂੰ ਉਮੀਦ ਸੀਗੀ ਕਿ ਅਸੀਂ ਉਹਨਾਂ ਕੋਲ ਇੱਕ ਡਾਕੂਮੈਂਟ ਮੰਗੇ ਸੀਗੇ ਕਿ ਅਸੀਂ ਆਹ ਕਿਹਾ ਸੀਗਾ ਕਿ ਸਾਡੇ ਜੋ ਦਾਦਾ ਜੀ ਉਹ ਐਕਸਪਾਇਰ ਹੋ ਚੁੱਕੇ ਹੋਏ ਤੇ ਨਵੀਂ ਰੈਂਟ ਡੀਲ ਜਿਹੜੀ ਹੈ ਬਣਾ ਲਿੱਤੀ ਜਾਵੇ। ਰੈਂਟ ਡੀਲ ਬਣਾਉਣ ਦੇ ਪਿੱਛੇ ਹੀ ਸਾਰਾ ਵਿਵਾਦ ਪੱਕਿਆ ਸੀ। ਬਾਬਾ ਜੀ ਦੇ ਕਹਿਣ ਦੇ ਮੁਤਾਬਿਕ 100 ਰੁਪਏ ਵਧਾਉਣ ਦੀ ਗੱਲਬਾਤ ਕੀਤੀ ਸੀਗੀ, ਲੇਕਿਨ 100 ਰੁਪਏ ਨਾ ਵਧਾਉਣ ਦੇ ਚਲਦੇ ਤੇ ਉਹਨਾਂ ਨੇ ਜਿਹੜਾ ਗੁੱਡੀ ਨਾਲ ਵੀ ਕੁੱਟਮਾਰ ਕੀਤੀ। ਜਗ੍ਹਾ ਦੇ ਵਿਵਾਦ ਦੇ ਕਰਕੇ ਉਸ ਲੜਕੀ ਜਿਹੜੀ ਹੈ ਪਾਣੀ ਦੀ ਟੈਂਕੀ ਤੋਂ ਚੜੀ ਆ। ਉਹ ਦੁਕਾਨਦਾਰ ਜਿਹੜੇ ਨੇ, ਦੁਕਾਨਾਂ ਜਿਹੜਾ ਰੋਲਾ ਸੀਗਾ, ਉਹ ਸਾਡੇ ਨਾਲ ਮੌਜੂਦਾ ਗੱਲ ਵੀ ਕਰਦੇ ਆ। ਬਾਈ ਜੀ ਕੀ ਮਾਮਲਾ ਕੀ ਪੂਰਾ ਜਿਹੜਾ ਉਸ ਲੜਕੀ ਨੂੰ ਜਿਹੜਾ ਟੈਂਕੀ ਤੋਂ ਚੜਨਾ ਪੈ ਗਿਆ ਤੇ ਤੁਸੀਂ ਦੁਕਾਨ ਜਿਹੜੀ ਹੈ ਦਬਾਅ ਪਾਇਆ ਜਾ ਰਿਹਾ ਤੁਹਾਡੇ ਤੇ ਕਿਰਾਇਆ ਵਧਾਉਣ ਦਾ? ਕਿਰਾਇਆ ਵਧਾਉਣ ਦਾ ਇਸ ਤਰ੍ਹਾਂ ਜੀ, ਅਸੀਂ ਦੁਕਾਨਾਂ ਆਪ ਬਣਾਈਆਂ, 20 ਸਾਲ ਤੋਂ ਇੱਥੇ ਬੈਠੇ ਹੋਏ ਹੈਗੇ ਆ। 20 ਸਾਲ ਤੋਂ ਇੱਥੇ ਬੈਠੇ ਆ, ਦੁਕਾਨਾਂ ਆਪ ਬਣਾਈਆਂ ਨੇ ਆਪਣੇ ਪੈਸਿਆਂ ਤੋਂ। ਉਸ ਤੋਂ ਇਲਾਵਾ ਅਸੀਂ ਗੁਰਦੁਆਰਾ ਸਾਹਿਬ ਨੂੰ ਸਿਕਿਉਰਿਟੀ ਵੀ ਦਿੱਤੀ ਹੋਈ ਹੈ। ਸਾਡਾ ਕੋਈ ਰੋਲਾ ਨਹੀਂ ਸੀ ਸਰਦਾਰ ਜੋਗਿੰਦਰ ਸਿੰਘ ਨਾਲ, ਕੁਲਦੀਪ ਸਿੰਘ ਕਾਲੇ ਦੇ ਪਿਓ ਫਾਦਰ ਨਾਲ। ਉਹਨਾਂ ਦੀ ਡੈਥ ਹੋ ਗਈ ਚੌਥੇ ਮਹੀਨੇ। ਉਸ ਤੋਂ ਬਾਅਦ ਇਹ ਇਹਦਾ ਜੋਗਿੰਦਰ ਸਿੰਘ ਨਿਹੰਗ ਦਾ ਲੜਕਾ ਕੁਲਦੀਪ ਸਿੰਘ ਕਾਲਾ ਗੁੰਡਾਗਰਦੀ ਦੇ ਉਤਰ ਆਇਆ। ਇਹ ਸਾਡਾ ਸਮਾਨ ਚੱਕ ਕੇ ਬਾਹਰ ਸੁੱਟਣ ਲੱਗਾ, ਸਾਨੂੰ ਜਾਨੋਂ ਮਾਰਨ ਦੇਣ ਦੀਆਂ ਧਮਕੀਆਂ ਦੇਣ ਲੱਗਾ। ਕਿੰਨੀਆਂ ਦੁਕਾਨਾਂ ਕੋਟਲੇ ਸੀ ਗੁਰਦੁਆਰੇ ਫਰੰਟ ਦੇ ਉੱਤੇ 10 ਦੁਕਾਨਾਂ ਹੈਗੀਆਂ ਜੀ, 9-10 ਦੁਕਾਨਾਂ ਨੇ। ਟੋਟਲ ਕਿੰਨੀਆਂ ਦੁਕਾਨਾਂ ਨੇ ਹੈਗੀਆਂ ਜੀ ਇੱਥੇ 26-27 ਦੁਕਾਨਾਂ ਹੈਗੀਆਂ ਨੇ। ਸਾਰੀਆਂ ਦੁਕਾਨਾਂ ਦਾ ਸਮਾਨ ਚੱਕ ਕੇ ਸੁੱਟ ਰਹੇ ਸੀਗੇ? ਸਾਡਾ ਅਗਲੀਆਂ ਦੁਕਾਨਾਂ ਦਾ ਜੀ, ਪਿਛਲੀਆਂ ਵਾਲਾ ਪਤਾ ਨਹੀਂ ਉਹਦਾ ਕਿਰਾਇਆ ਸੈਟਿੰਗ ਹੋਇਆ ਜਾਂ ਕੀ, ਸਾਨੂੰ ਨਹੀਂ ਪਤਾ। ਵਜ੍ਹਾ ਕੀ? ਵਜ੍ਹਾ ਇਹ ਸਾਡੇ ਕੋਲ ਲਿਖਤ ਸੀ ਜੀ 2100 ਤੋਂ ਵੱਧ ਕਿਰਾਇਆ ਨਹੀਂ ਵਧੇਗਾ। ਲਾਸਟ ਸਟਾਰਟਿੰਗ ਤੇ 1500 ਸੀ, ਸਾਲ ਦਾ 100 ਰੁਪਏ ਵਧਾਉਣ ਨੂੰ ਕਿਹਾ ਗਿਆ ਸੀ, 100 ਰੁਪਏ ਵਧਾਇਆ ਗਿਆ ਸੀਗਾ। ਲਾਸਟ 2100 ਤੋਂ ਕਿਰਾਇਆ ਨਹੀਂ ਵਧੇਗਾ, ਇਹ ਲਿਖਿਆ ਹੋਇਆ ਸੀਗਾ। ਲੇਕਿਨ ਹੁਣ ਕੀ ਕਿਹਾ ਗਿਆ ਸੀਗਾ? ਇਹ ਜੋਗਿੰਦਰ ਸਿੰਘ ਦੀ ਡੈਥ ਤੋਂ ਬਾਅਦ ਇਹ ਸਾਡੇ ਨਾਲ ਧੱਕੇਸ਼ਾਹੀ ਕਰਨ ਲੱਗ ਗਿਆ। ਇਹ ਕਹਿੰਦਾ ਜੀ ਮੈਨੂੰ 10000 ਰੁਪਏ ਅਗਲੀਆਂ ਦੁਕਾਨਾਂ ਦਾ ਕਿਰਾਇਆ ਦਿਓ, ਨਹੀਂ ਤਾਂ ਮੈਂ ਸਮਾਨ ਚੱਕ ਕੇ ਬਾਹਰ ਸੁੱਟਾਂਗਾ। ਇਸ ਜਗ੍ਹਾ ਦੀ ਕੋਈ ਰਜਿਸਟਰੀ ਹੈਗੀ? ਕੋਈ ਰਜਿਸਟਰੀ ਨਹੀਂ ਜੀ, ਕੋਈ ਕੁਝ ਨਹੀਂ ਹੈਗਾ, ਕੋਈ ਕਾਗਜ਼ ਪੱਤਰ ਨਹੀਂ ਹੈਗਾ ਜਗ੍ਹਾ ਹੈ ਕਿਸ ਡਿਪਾਰਟਮੈਂਟ ਦੀ? ਜੀ। ਇਹ ਸਾਨੂੰ ਪਤਾ ਨਹੀਂ ਜੀ, ਇਹ ਨਿਹੰਗਾਂ ਦਾ ਕਬਜ਼ਾ ਹੀ ਹੈ ਜੀ। ਅੱਛਾ, ਹਾਂਜੀ। ਤੇ ਹੁਣ ਕਿਰਾਏ ਦੇ ਵਿਵਾਦ ਕਰਕੇ ਸਾਰਾ ਕਿਰਾਏ ਦੇ ਵਿਵਾਦ ਕਰਕੇ ਜੀ ਹੋਇਆ ਜੀ। ਸਾਨੂੰ ਬਹੁਤ ਜਦੋਂ ਜੋਗਿੰਦਰ ਸਿੰਘ ਸੀ ਉਦੋਂ ਕੋਈ ਪਰੇਸ਼ਾਨੀ ਨਹੀਂ ਸੀ, ਉਹਦੀ ਡੈਥ ਤੋਂ ਬਾਅਦ ਇਹ ਸਾਡੇ ਨਾਲ ਧੱਕੇਸ਼ਾਹੀ ਕਰਨ ਲੱਗ ਗਿਆ। ਇਹਦਾ ਮੁੰਡਾ ਵੀ ਲੁੱਟਾਂ ਖੋਹਾਂ ਦੇ ਵਿੱਚ ਹੈਗਾ ਵਾ, ਉਹ ਵੀ ਨਸ਼ੇ ਪੱਤੇ ਕਰਨ ਦਾ ਆਦੀ ਹੈ। ਉਹਦੇ ਉੱਤੇ ਸਲੀਮ ਟਾਪਰੀ ਥਾਣਾ ਦੇ ਵਿੱਚ ਪਰਚਾ ਵੀ ਚੱਲ ਰਿਹਾ ਵਾ। ਉਹ 1,92,000 ਦੀ ਲੁੱਟ ਖੋਹ ਕੀਤੀ ਸੀਗੀ ਆਪਣਾ ਹਾਰਡੀਵਰਡ। ਉਹਦੇ ਵਿੱਚ ਇੱਕ ਮੁੰਡਾ ਵੀ ਮਰ ਗਿਆ ਸੀਗਾ ਉਹਨਾਂ ਕੋਲੋਂ, ਉੱਥੋਂ ਭਗੌੜਾ ਸੀਗਾ। ਹੁਣ ਜਦੋਂ
ਕਾਨੂੰਨ ਨੂੰ ਪਤਾ ਲੱਗਿਆ ਵੀ ਇੱਥੇ ਗੁਰਦੁਆਰੇ 'ਚ ਉਹ ਰਹਿ ਰਿਹਾ ਵੀ ਇਹ ਕਾਲੇ ਦਾ ਲੜਕਾ ਵਾ, ਉਹ ਪੁਲਿਸ ਉਹਨੂੰ ਚੱਕ ਕੇ ਲੈ ਗਈ ਹੋਈ ਹੈ। ਲੇਕਿਨ ਬਾਈ ਜੀ ਤੁਸੀਂ ਐਸਐਚਓ ਸਾਹਿਬ ਨੂੰ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਮਾਮਲਾ ਕੀ ਹੈ ਜੋ ਲੈਟਰ ਫੜੀ ਮਾਮਲਾ ਹੈ ਜੀ ਅਸੀਂ ਕੋਰਟ 'ਚੋਂ ਸਟੇ ਲਿਆ। ਜਦੋਂ ਸਾਨੂੰ ਤੰਗ ਪਰੇਸ਼ਾਨ ਕਰਨ ਲੱਗ ਗਿਆ ਇਹ, ਅਸੀਂ ਕੋਰਟ 'ਚੋਂ ਸਟੇ ਲੈ ਲਿਆ। ਜਦੋਂ ਕੋਰਟ 'ਚੋਂ ਸਟੇ ਮਿਲ ਗਿਆ, ਇਹ ਜਾਣ ਕੇ ਹੁਣ ਕੋਈ ਨਾ ਕੋਈ ਗੁਰਦੁਆਰੇ ਦੇ ਨਾਂ ਤੇ ਬਹਾਨੇ ਬਣਾ ਕੇ ਸਾਨੂੰ ਪਰੇਸ਼ਾਨ ਕਰਦਾ ਪਿਆ, ਕੁੜੀ ਨੂੰ ਅੱਗੇ ਕਰਕੇ ਖਾਸ ਕਰਕੇ ਵੀ ਮੇਰੇ ਨਾਲ ਲਿਖਤ ਕਰੋ, ਮੇਰਾ ਕਿਰਾਇਆ ਵਧਾਓ। ਸਿਰਫ ਕਿਰਾਏ ਦੇ ਵਿਵਾਦ ਕਰਕੇ ਉਸ ਲੜਕੀ ਜਿਹੜੀ ਟੈਂਕੀ ਤੇ ਬਿਲਕੁਲ ਜੀ ਬਿਲਕੁਲ, ਅਸੀਂ 20 ਸਾਲ ਤੋਂ ਰਹਿ ਰਹੇ ਹਾਂ, ਅਸੀਂ ਕਿਉਂ ਕੁੜੀ ਨੂੰ ਕੁਝ ਕਵਾਂਗੇ? ਉਹ ਸਾਡੀ ਧੀਆਂ ਵਰਗੀ ਹੈ, ਸਾਡੇ ਬੱਚਿਆਂ ਵਰਗੀ ਹੈ। 20 ਸਾਲ ਤੋਂ ਅਸੀਂ ਕੁਝ ਨਹੀਂ ਕਿਹਾ, ਸੀ ਉਹਨੂੰ ਹੁਣ ਕੁਝ ਕਵਾਂਗੇ? ਸਾਡੇ ਹੱਥਾਂ 'ਚ ਵੱਡੀ ਹੋਈ, ਅਸੀਂ ਕਿਉਂ ਕਵਾਂਗੇ? ਝੂਠੇ ਇਲਜ਼ਾਮ ਲਾਏ ਜਾ ਰਹੇ। ਲੇਕਿਨ ਸਟੇ ਕਿਹੜੇ ਸਾਲ 'ਚ ਲਿੱਤੀ ਬਾਈ ਜੀ? ਸਟੇ ਹੁਣੇ ਲਈ ਹੈ ਜੀ, ਹੁਣੇ ਲਈ 2-3 ਮਹੀਨੇ ਪਹਿਲਾਂ ਲਈ ਹੈ ਜੀ। ਜਦੋਂ ਜੋਗਿੰਦਰ ਸਿੰਘ ਦੀ ਡੈਥ ਹੋ ਗਈ, ਉਸ ਤੋਂ ਬਾਅਦ ਵੀ ਅਸੀਂ ਉਹਨੂੰ ਕਿਰਾਇਆ ਦਿੰਦੇ ਰਹੇ ਹਾਂ, ਉਸਦੇ ਲੜਕੇ ਨੂੰ ਕੁਲਦੀਪ ਕਾਲੇ ਨੂੰ, ਫਿਰ ਚੈੱਕ ਰਾਹੀਂ ਦਿੰਦੇ ਰਹੇ ਹਾਂ। ਉਹ ਉਸ ਕਰਕੇ ਵੀ ਉਸ ਤੋਂ ਬਾਅਦ ਵੀ ਸਾਨੂੰ ਤੰਗ ਕਰਨ ਲੱਗ ਗਿਆ। ਜਦੋਂ ਪਰੇਸ਼ਾਨ ਕਰਨ ਲੱਗ ਗਿਆ, ਸਮਾਨ ਬਾਹਰ ਚੁੱਕਣ ਦੀਆਂ ਧਮਕੀਆਂ ਦੇਣ ਲੱਗ ਗਿਆ, ਅਸੀਂ ਮਾਨਯੋਗ ਅਦਾਲਤ ਕੋਲ ਗਏ, ਆਪਣੇ ਪੇਪਰ ਲੈ ਕੇ, ਉਹਨਾਂ ਨੇ ਸਾਨੂੰ ਸਟੇ ਦਿੱਤਾ ਜੀ। ਇਹ ਦੁਕਾਨਾਂ ਤੋੜਨੀਆਂ ਵੀ ਸ਼ੁਰੂ ਕਰਤੀਆਂ ਸੀ। ਇਹ ਤੋੜ ਭੰਨ ਕਰਦਾ ਸੀ ਜੀ। ਆ ਦੇਖੋ ਹਲੇ ਹੁਣ ਵੀ ਹੈ ਜੀ, ਤੋੜ ਭੰਨ ਕੀਤੀ, ਮੇਰਾ ਸ਼ੀਸ਼ਾ ਲਾ ਕੇ ਪੜਤਾ ਇਹਨੇ। ਕੋਰਟ ਆਫ ਕੰਟੈਂਪਟ ਲੱਗਿਆ ਹੋਇਆ ਵਾ ਉਹਦੇ ਉੱਤੇ, ਇਸੇ ਕਰਕੇ ਲਾਇਆ ਜੱਜ ਸਾਹਿਬ ਨੇ। ਨਹੀਂ ਲੇਕਿਨ ਐਸਐਚਓ ਨਾਲ ਗੱਲਬਾਤ ਕੀਤੀ, ਥਾਣਾ ਮੋਤੀ ਨਗਰ ਪੈਂਦਾ। ਹਾਂਜੀ, ਉੱਥੇ ਦਿੱਤੀ ਹੋਈ ਹੈ ਜੀ ਸਾਡੀ ਐਪਲੀਕੇਸ਼ਨ, ਉਸ ਤੋਂ ਪਹਿਲਾਂ ਦੀ ਵੀ ਦਿੱਤੀ ਆ। ਨਾਲ ਕਾਲਾ ਟਾਇਰਾਂ ਵਾਲਾ ਜੀ, ਆਹ ਦੇਖ ਲਓ, ਉਹਦੇ ਅੱਗੇ ਜੀਪ ਵੀ ਹੋਣ ਲੱਗੀ ਆ, ਉਹਨੂੰ ਕੰਮ ਨਹੀਂ ਕਰਾਉਂਦਾ, ਹਵਾ ਦੀ ਟੈਂਕੀ ਨਹੀਂ ਚਲਾਉਣ ਦਿੰਦਾ। ਉਹ ਕਿਵੇਂ ਕੰਮ ਕਰੇਗਾ? ਗਰੀਬ ਬੰਦਾ ਆ ਖੜਾ ਹੋਇਆ ਜੀ। ਪੈਂਚਰ ਵਾਲਾ ਦੇਖੋ। ਕਿੰਨੇ ਸਾਲ ਤੋਂ ਰਹਿ ਰਹੇ ਹੋ? मेरे को 27 साल हो गया जी। 27 ਸਾਲ। गुरुद्वारा नहीं बनाया था जब मैं बैठा, गुरुद्वारा बना ही नहीं था। ਅੱਛਾ ਬਣਿਆ ਨਹੀਂ ਸੀਗਾ, ਉਹਦੀ ਦੁਕਾਨ ਹੈਗੀ ਆ। उसे मैं बैठा था जी, बाहर ही बैठा था। ਕਿੰਨਾ ਕਿਰਾਇਆ ਦਿੰਦੇ ਸੀ? पहले किराया मेरा था 700 रुपये, फिर बढ़ा के 1500 रुपये किया गया। ਤੇ ਹੁਣ ਕਿੰਨਾ ਦੇ ਰਹੇ ਹੋ? 1500 रुपये देते छोटी दुकान। ਦੇ ਰਹੇ ਹੋ, ਲੇਕਿਨ ਤੁਹਾਨੂੰ ਕਿਹਾ ਕੀ ਜਾਂਦਾ? दुकान सामान निकाल के बाहर फेंक रहा था जी। ਕੌਣ? काला जी, काला उसका लड़का जी। ਕਿਉਂ? ਵਜ੍ਹਾ? कहते दुकान खाली कर दो। ਕੋਈ ਐਕਚੁਅਲੀ ਗੱਲਬਾਤ ਕੀਤੀ? ਦੁਕਾਨ ਖਾਲੀ ਕਰਨ ਦਾ ਪਹਿਲੇ ਨੋਟਿਸ ਦਿੱਤਾ ਸੀਗਾ? नहीं जी नहीं, कुछ नहीं। ਕੋਈ ਨੋਟਿਸ ਕਿਸੇ ਨੂੰ ਨਹੀਂ ਦਿੱਤਾ ਕਿ ਦੁਕਾਨਾਂ ਨਹੀਂ ਕੋਈ ਨੋਟਿਸ ਨਹੀਂ ਤੁਹਾਨੂੰ ਜੀ। ਨੋਟਿਸ ਕਿਸੇ ਦੇ ਦੋ ਦੱਸੋ ਸਾਨੂੰ ਜੀ। ਦੁਕਾਨਾਂ ਅਸੀਂ ਬਣਾਈਆਂ, ਆਹ ਹੀ ਤੈਅ ਕਰੀਆਂ, ਸਾਨੂੰ ਕਿਸੇ ਦਾ ਨੋਟਿਸ ਦੋ ਦੱਸੋ ਬਲੇ। ਅਸੀਂ ਫਿਰ ਵੀ ਕਿਰਾਇਆ ਫਿਰ ਅਸੀਂ ਕਿਰਾਇਆ ਦਿੰਦੇ ਹਾਂ ਇਹਨੂੰ, ਆਪੇ ਇਹਨੂੰ ਚੈੱਕ ਤੇ ਨਹੀਂ ਕਿਰਾਇਆ ਦੇ ਰਹੇ ਅਸੀਂ। ਠੀਕ ਹੈ ਜੀ, ਪਹਿਲਾਂ ਅਸੀਂ ਦਿੰਦੇ ਕੈਸ਼ ਇਹਨੂੰ, ਫਿਰ ਉਹਨੂੰ ਚੈੱਕ ਤੇ ਨਹੀਂ ਦੇਣ ਲੱਗੇ ਵੀ ਚੈੱਕ ਤੇ ਨਹੀਂ ਕਿਰਾਇਆ ਦਾਂਗੇ ਤੈਨੂੰ ਅਸੀਂ। ਤੇ 2-3 ਸਾਲ ਤੋਂ ਅਸੀਂ ਫਿਰ ਇਹਨੂੰ ਆਪਣੇ ਇਹਦੇ ਕਿਰਾਇਆ ਦੇ ਰਹੇ ਸੀ, ਚੈੱਕ ਤੇ ਨਹੀਂ। ਮੇਰਾ ਭਾਈ ਉਹ ਚੈੱਕ ਅਸੀਂ ਚੈੱਕ ਤੇ ਦੇਗਾ ਤੈਨੂੰ ਕਿਰਾਇਆ ਦਿਆ ਕਰਾਂਗੇ। ਹੁਣ ਵੀ ਦੇਖ ਸਕਦੇ ਹੋ ਤੁਸੀਂ, ਆ ਕਾਲਾ ਟਾਇਰਾਂ ਨੂੰ ਕੰਮ ਨਹੀਂ ਕਰਦਾ, ਜੀਪ ਅੱਗੇ ਲਗਾ ਦਿੰਦਾ ਵਾ, ਉਹਦੀ ਹਵਾ ਵਾਲੀ ਟੈਂਕੀ ਨਹੀਂ ਚੱਲ ਸਕਦੀ। ਉਹ ਹਵਾ ਵਾਲੀ ਟੈਂਕੀ ਨਹੀਂ ਚਲਾਏਗਾ, ਕਿਵੇਂ ਲੋਕਾਂ ਦੇ ਟਾਇਰ ਪੈਂਚਰ ਲਾਊਗਾ? ਇਨਸਾਫ ਕੀ ਚਾਹੁੰਦੇ ਹੋ ਜੀ? ਅਸੀਂ ਇਨਸਾਫ ਚਾਹੁੰਦੇ ਹਾਂ, ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਵਾ, ਜੋ ਉਹਨਾਂ ਨੂੰ ਠੀਕ ਲੱਗਦਾ ਵਾ ਸਾਨੂੰ ਮਨਜ਼ੂਰ ਹੈ। ਦੇਖੋ ਜੀ, ਅਸੀਂ ਨਾਰੀ ਜਾਤੀ ਦੀ ਨਾ ਨਿੰਦਾ ਕਰਦੇ ਆ, ਨਾ ਅੱਜ ਕਰਦੇ ਆ, ਨਾ ਬਾਅਦ ਚ ਕਰਾਂਗੇ। ਔਰ ਮਾਮਲਾ ਇਹ ਹੈ ਵੀ ਅਸਲ ਮਾਮਲਾ ਇਹ ਹੈ ਵੀ ਉਸ ਬੰਦੇ ਨੂੰ ਚਾਹੀਦਾ ਕਿਰਾਇਆ 10000 ਰੁਪਏ ਮਹੀਨਾ, ਉਹ ਅਸੀਂ ਦੇ ਨਹੀਂ ਸਕਦੇ। ਜੋ ਸਾਡੀ ਲਿਖਤ ਦੇ ਵਿੱਚ ਲਿਖਿਆ 2100 ਰੁਪਇਆ ਆਖਰੀ ਕਿਰਾਇਆ, ਉਹੀ ਅਸੀਂ ਦੇਣ ਦੇ ਪਾਬੰਦ ਹੈ। ਜੋ ਪਹਿਲੇ ਕੰਡੀਸ਼ਨ ਲਿਖੀ ਗਈ ਸੀ। ਹਾਂਜੀ, ਉਸ ਆਧਾਰ ਤੇ ਜੱਜ ਸਾਹਿਬ ਜੋ ਕਹਿਣਗੇ, ਹੁਣ ਤੇ ਕੋਰਟ ਦੇ ਵਿੱਚ ਮਾਮਲਾ ਚਲਾ ਗਿਆ। ਜੱਜ ਸਾਹਿਬ ਨੇ ਸਾਨੂੰ ਸਟੇ ਦਿੱਤਾ ਅਗਲੀ ਮਾਰਕੀਟ ਨੂੰ, ਉਹ ਜਿਵੇਂ ਜੱਜ ਸਾਹਿਬ ਕਹਿਣਗੇ ਸਾਨੂੰ ਮਨਜ਼ੂਰ ਹੈ ਜੀ। ਲੇਕਿਨ ਤੁਹਾਨੂੰ ਦੱਸ ਦਈਏ ਕਿ ਸਟੇ ਦੀ ਕਾਪੀ ਇਹਨਾਂ ਦੇ ਹੱਥ ਦੇ ਵਿੱਚ ਹੈਗੀ ਹੈ, ਜੋ ਸਟੇ ਜਿਹੜਾ ਮਾਨਯੋਗ ਅਦਾਲਤ ਵਿੱਚ ਉਹਨਾਂ ਨੂੰ ਮਿਲਿਆ ਵਾ। ਉਸ ਤੋਂ ਬਾਅਦ ਵੀ ਜਿਹੜਾ ਵੀਰ ਦੇ ਕਹਿਣ ਦੇ ਮੁਤਾਬਿਕ ਇਹਨਾਂ ਦਾ ਜੋ ਸ਼ੀਸ਼ਾ ਲੱਗਾ ਸੀ ਉਹ ਵੀ ਤੋੜ ਦਿੱਤਾ ਗਿਆ ਵਾ। ਲੇਕਿਨ ਹੁਣ ਤੁਸੀਂ ਜਦੋਂ ਗੱਲਬਾਤ ਕੀਤੀ ਤਾਂ ਆਖੀ ਤੱਥ ਕੀ ਸਾਹਮਣੇ ਆਇਆ? ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗੁਰਦੁਆਰੇ ਪ੍ਰਧਾਨ ਦੇ ਨਾਲ? ਪ੍ਰਧਾਨ ਕੀ ਜੀ ਧੱਕੇਸ਼ਾਹੀ ਕਰਦਾ ਜੀ, ਸਾਨੂੰ ਗਾਲਾਂ ਕੱਢਦਾ, ਜਾਨੋਂ ਮਾਰਨ ਦੀ। ਆਹ ਗਰੀਬ ਬੰਦਾ, ਇਹਨੂੰ ਕਹਿੰਦਾ ਤੇਰੇ ਮੁੰਡੇ ਮਾਰ ਦਾਂਗਾ, ਮੈਂ ਬੱਚੇ ਮਾਰ ਦਿਆਂਗਾ। ਜਾਣ ਕੇ ਕੁੱਤਾ ਲਿਆ ਕੇ ਪੋਟੀ ਅੱਗੇ ਕਰਾ ਦਿੰਦਾ ਵਾ ਦੁਕਾਨ ਦੇ ਅੱਗੇ, ਵੀ ਅਗਲਾ ਕੰਮ ਹੀ ਨਾ ਕਰ ਸਕਦੇ। ਬੰਦਾ ਗਰੀਬ ਬੰਦਾ ਕੀ ਕਰੂਗਾ ਦੱਸੋ? ਜੀਪ ਅੱਗੇ ਲਗਾ ਦਿੰਦਾ। ਜੀਪ ਹੁਣ ਮੌਕੇ ਤੇ ਦੇਖ ਲਓ, ਹੁਣ ਵੀ ਲੱਗੀ ਹੋਈ ਹੈ। ਇਹ ਆਵਾਜ਼ ਪਹਿਲੇ ਬੁਲੰਦ ਕੀਤੀ ਹੁੰਦੀ ਤਾਂ ਅੱਜ ਨੂੰ ਮੈਂ ਕਿਹਾ ਜਦ ਤੱਕ ਜੋਗਿੰਦਰ ਸਿੰਘ ਸੀਗਾ ਸਾਨੂੰ ਕੋਈ ਪਰੇਸ਼ਾਨੀ ਨਹੀਂ ਸੀ। ਚੌਥੇ ਮਹੀਨੇ ਉਹਦੀ ਡੈਥ ਹੋਈ, ਉਸ ਤੋਂ ਬਾਅਦ ਇਹ ਬਦਮਾਸ਼ੀਆਂ ਕਰਨ ਲੱਗਾ, ਗੁੰਡਾਗਰਦੀ ਕਰਨ ਲੱਗਾ ਜੀ। ਕਿਸ ਤਰ੍ਹਾਂ ਦੇਖਦੇ ਹੋ ਫਿਰ ਜਦੋਂ ਬਦਮਾਸ਼ੀ ਕਰ ਰਿਹਾ ਤੁਹਾਡੇ ਕਹਿਣ ਦੇ ਮੁਤਾਬਿਕ, ਤੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਇਹਦੀ ਵੀਡੀਓ ਦਿੱਤੀ? ਅਸੀਂ ਐਸਐਸਪੀ ਸਾਹਿਬ ਨੂੰ ਅਸੀਂ ਐਪਲੀਕੇਸ਼ਨ ਦਿੱਤੀ ਹੈ, ਐਸਐਚਓ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ। ਫੈਸਲਾ ਜੋ ਕੋਰਟ ਦਾ ਹੋਊਗਾ ਉਹੀ ਸਾਨੂੰ ਮਨਜ਼ੂਰ ਹੈ, ਉसी ਆਧਾਰ ਤੇ। ਔਰ ਬਾਕੀ ਜੋ ਲੜਕੀ ਵਾਲਾ ਬਲੇਮ ਹੈ ਉਹ ਸਾਰਾ ਝੂਠਾ ਹੈ ਔਰ ਗਲਤ ਹੈ। ਮਤਲਬ ਲੜਕੀ ਨੂੰ ਜਿਹੜਾ ਟੈਂਕੀ ਉੱਤੇ ਜੋ ਲੜਕੀ ਚੜੀ ਹੋਈ ਹੈ, ਦੁਕਾਨਾਂ ਖਾਲੀ ਕਰਾਉਣ ਦਾ ਦਬਾਅ ਪਾਇਆ ਜਾ ਰਿਹਾ? ਜੀ, ਦੁਕਾਨਾਂ ਖਾਲੀ ਕਰਾਉਣ ਦਾ ਦਬਾਅ ਪਾਇਆ ਜਾ ਰਿਹਾ। ਹਾਂਜੀ, ਬਸ ਇਹ ਮੁੱਦਾ ਹੈ ਜੀ। ਲੇਕਿਨ ਦੱਸਦੀ ਸ਼ੇਰਪੁਰੀ ਟੈਂਕੀ ਉੱਤੇ ਜੋ ਲੜਕੀ ਜਿਹੜੀ ਚੜੀ ਹੋਈ ਹੈ, ਇਹ ਵੀਰ ਨੇ ਸਾਰੇ, ਜੋ ਸਾਡੇ ਵੱਡੇ ਵੀਰ ਨੇ, ਭਰਾ ਨੇ, ਜੋ ਇਸ ਗੁਰਦੁਆਰੇ ਦੇ ਬਾਹਰ ਜਿਹੜੀ ਫਰੰਟ ਦੇ ਉੱਤੇ ਦੁਕਾਨਾਂ ਜਿਹੜੀਆਂ ਹੈਗੀਆਂ, ਉਹਨਾਂ ਦੇ ਦੁਕਾਨਦਾਰ ਨੇ, ਜੋ ਉਹਨਾਂ ਦਾ 2100 ਦਾ ਇਕਰਾਰਨਾਮਾ ਹੋਇਆ ਸੀਗਾ, ਉਹ ਉਹਨਾਂ ਦੇ ਹੱਥਾਂ 'ਚ ਕਾਪੀਆਂ ਵੀ ਹੈਗੀਆਂ। ਤੇ ਉਸ ਤੋਂ ਬਾਅਦ ਸਟੇ ਵੀ ਜਿਹੜਾ ਮਿਲਿਆ, ਉਸ ਤੋਂ ਬਾਅਦ ਵੀ ਇਹਨਾਂ ਦੇ ਸ਼ੀਸ਼ਿਆਂ ਨੂੰ ਤੋੜ ਦਿੱਤਾ ਗਿਆ। ਤੇ ਇਹਨਾਂ ਨੇ ਕਾਫੀ ਆਰੋਪ ਵੀ ਲਗਾਏ, ਤੇ ਇਹਨਾਂ ਨੇ ਪ੍ਰਸ਼ਾਸਨ ਨੂੰ ਵੀ ਆਹੀ ਗੱਲ ਅਪੀਲ ਕੀਤੀ ਹੈ ਕਿ ਜੋ ਕਾਰਵਾਈ ਬਣਦੀ ਕਾਰਵਾਈ ਉਹ ਕੀਤੀ ਜਾਵੇ। ਲੁਧਿਆਣਾ ਤੋਂ ਕੈਮਰਾਮੈਨ ਹਨੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।